ਵਨ ਵੇ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਨਜ਼ਰਸਾਨੀ। ਆਰਐਸਐਸ ਦਾ ਹਰ ਵਾਰੀ ਬਿਆਨ ਹੁੰਦਾ ਹੈ ਕਿ ਇਹ ਦੇਸ਼ ਹਿੰਦੂ ਰਾਸ਼ਟਰ ਹੈ। ਇੱਥੋਂ ਤੱਕ ਕਿ ਜਿਹੜੀਆਂ ਸਾਡੀਆਂ ਸੰਵਿਧਾਨਕ ਸੰਸਥਾਵਾਂ ਆ ਉਹਨਾਂ ਦੇ ਵਿੱਚ ਵੀ ਕਈ ਲੋਕ ਇਹੋ ਜਿਹੇ ਬੈਠ ਚੁੱਕੇ ਆ ਜਿਹੜੇ ਉਹੀ ਏਜੰਡਾ ਲਾਗੂ ਕਰਨਾ ਚਾਹੁੰਦੇ ਆ। ਕੀ ਇਹ ਸਾਰਾ ਮਾਜਰਾ, ਆਓ ਇਸ ਤੇ ਗੱਲਬਾਤ ਕਰਦੇ ਹਾਂ। ਸੰਵਿਧਾਨ ਬਨਾਮ ਲੋਕਤੰਤਰੀ ਨਿਆਂਪਾਲਿਕਾ, ਤਾਂ ਇਹ ਪਿਛਲੇ ਦਿਨਾਂ ਦੀ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਆਰਐਸਐਸ ਦੇ ਜਿਹੜੇ ਸੰਘ ਚਾਲਕ ਆ ਮੋਹਨ ਭਾਗਵਤ ਇੱਕ ਅਜਿਹਾ ਚਿਹਰਾ ਹੈ ਸੰਘ ਦਾ ਜਿਨ੍ਹਾਂ ਦੀ ਸਟੇਟਮੈਂਟ ਕਈ ਵਾਰੀ ਇਹੋ ਜਿਹੀ ਹੁੰਦੀ ਆ ਕਿ ਜਿਹੜੀ ਕਿਸੇ ਨੂੰ ਹਜ਼ਮ ਹੀ ਨਹੀਂ ਆਉਂਦੀ, ਕਿਉਂਕਿ ਉਹਨਾਂ ਦਾ ਇੱਕੋ ਹੀ ਐਲਾਨ ਹੁੰਦਾ ਆ, ਇੱਕੋ ਹੀ ਗੱਲ ਵਾਰ-ਵਾਰ ਮੂੰਹ ਚੋਂ ਕਈ ਸਾਲਾਂ ਦੀ ਨਿਕਲਦੀ ਹੈ ਕਿ ਇਹ ਦੇਸ਼ ਹਿੰਦੂ ਰਾਸ਼ਟਰ ਹੈ, ਦੇਸ਼ ਹਿੰਦੂ ਰਾਸ਼ਟਰ ਹੈ, ਇੱਥੇ ਰਹਿਣ ਵਾਲੇ ਸਾਰੇ ਹਿੰਦੂ ਹੈ, ਇੱਥੇ ਰਹਿਣ ਵਾਲਿਆਂ ਨੂੰ ਸਾਰਿਆਂ ਨੂੰ ਹਿੰਦੂ ਰਾਸ਼ਟਰ ਦੀ ਪਾਲਣਾ ਕਰਨੀ ਪਊਗੀ। ਬੜਾ ਅਜੀਬ ਨਹੀਂ ਲੱਗਦਾ ਗਾ? ਵੈਸੇ ਤਾਂ ਦੁਨੀਆ ਦਾ ਵੱਡਾ ਲੋਕਤੰਤਰ ਹੈ ਸਾਡਾ ਮੁਲਕ, ਪਰ ਜਿੱਥੇ ਇਹੋ ਜਿਹੇ ਲੋਕ ਉੱਠ ਕੇ ਇਹੋ ਜਿਹੀਆਂ ਜਿਹੜੀਆਂ ਖੜੂਸਾਂ ਛੱਡ ਦੇਣ ਤੇ ਉਹ ਫਿਰ ਲੋਕਤੰਤਰ ਕਹਾਉਂਦੇ ਮੁਲਕ ਦੇ ਵਾਸੀਆਂ ਨੂੰ ਚੁੱਭਦੀਆਂ ਬਹੁਤ ਆ। ਕਿਉਂਕਿ ਅਸੀਂ ਕਈ ਵਾਰੀ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਦੋਂ ਤਾਂ ਇੱਥੇ ਕੋਈ ਘੱਟ ਗਿਣਤੀ ਭਾਈਚਾਰੇ ਦਾ ਬੰਦਾ ਗੱਲ ਕਰ ਦਵੇ ਕਿਤੇ, ਜਿਸ ਤਰੀਕੇ ਨਾਲ ਕਿ ਜੇ ਖਾੜਕੂਵਾਦ ਦਾ ਦੌਰ ਆਇਆ ਤੇ ਜੇ ਕਿਤੇ ਖਾਲਿਸਤਾਨ ਦੀ ਗੱਲ ਉੱਭਰੀ ਹੈ ਤਾਂ ਉਹਨਾਂ ਲੋਕਾਂ ਨੂੰ ਤਾਂ ਇਹ ਉੱਡ ਕੇ ਲੈਂਦੇ ਆ ਕਿ ਹਾਂ ਇਹ ਦੇਸ਼ ਧਰੋਹੀ ਆ। ਤੇ ਫਿਰ ਇਹਨੂੰ ਕਿਹਨੇ ਲਾਉਂਦੇ ਆ ਕਿ ਇਹ ਦੇਸ਼ ਹਿੰਦੂ ਰਾਸ਼ਟਰ ਆ, ਤੇ ਜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਤਾਂ ਫਿਰ ਇਹ ਵੀ ਵੱਡੇ ਦੇਸ਼ ਧਰੋਹੀ ਆ। ਹਾਲਾਂਕਿ ਸ਼ਤਰੂਘਨ ਸਿਨਹਾ ਨੇ ਵੀ ਇੱਕ ਵਾਰੀ ਇਸ ਮੁੱਦੇ ਉੱਤੇ ਗੱਲ ਕੀਤੀ ਸੀਗੀ ਕਿ ਜਿਹੜੇ ਹਿੰਦੂ ਰਾਸ਼ਟਰ ਕਹਿੰਦੇ ਆ ਉਹਨਾਂ ਦੇ ਉੱਪਰ ਵੀ ਅੱਤਵਾਦੀ ਹੋਣ ਦਾ ਠੱਪਾ ਲਾਇਆ ਜਾਵੇ, ਉਹਨਾਂ ਨੂੰ ਵੀ ਉੱਦਾਂ ਹੀ ਗ੍ਰਿਫਤਾਰ ਕੀਤਾ ਜਾਵੇ, ਕਿਉਂਕਿ ਉਹ ਵੀ ਦੇਸ਼ ਨੂੰ ਤੋੜਨ ਵਾਲੇ ਆ। ਹੈਰਾਨੀ ਆਉਂਦੀ ਆ ਪਰ ਕੀਤਾ ਕੁਛ ਨਹੀਂ ਜਾ ਰਿਹਾ, ਕਿਉਂਕਿ ਹੁਣ ਸਰਕਾਰ ਜਿਹੜੀ ਹੈ ਉਹਦੇ ਨਾਲ ਜਿਹੜੀ ਆ ਭਾਜਪਾ ਤੇ ਆਰਐਸਐਸ ਦੀ ਜਿਹੜੀ ਪੱਕੀ ਪੀਢੀ ਗੰਢ ਹੈ ਉਹ ਸਾਰਿਆਂ ਨੂੰ ਪਤਾ ਹੈ, ਉਹ ਜੱਗ ਜ਼ਾਹਿਰ ਹੈ। ਭਾਗਵਤ ਨੇ 12 ਜਨਵਰੀ 2023 ਨੂੰ ਇੱਕ ਭਾਸ਼ਣ ਦਿੱਤਾ ਸੀ, ਮੈਂ ਉਹਦਾ ਹਵਾਲਾ ਦੇਣ ਆਇਆ ਕਿ ਧਰਮ ਇਸ ਦੇਸ਼ ਦਾ ਸੱਚ ਹੈ ਅਤੇ ਸਨਾਤਨ ਧਰਮ ਹੀ ਹਿੰਦੂ ਰਾਸ਼ਟਰ ਹੈ। ਤੇ ਜਦੋਂ ਕਦੇ ਹਿੰਦੂ ਰਾਸ਼ਟਰ ਅੱਗੇ ਵੱਧਦਾ ਆ ਤਾਂ ਉਹ ਧਰਮ ਲਈ ਹੀ ਅੱਗੇ ਵੱਧਦਾ ਆ। ਇਹ ਈਸ਼ਵਰ ਦੀ ਇੱਛਾ ਆ ਕਿ ਸਨਾਤਨ ਧਰਮ ਅੱਗੇ ਵਧੇ ਅਤੇ ਇਸ ਲਈ ਹਿੰਦੁਸਤਾਨ ਦੀ ਤਰੱਕੀ ਨਿਸ਼ਚਿਤ ਹੈ। 5 ਅਕਤੂਬਰ 2022 ਨੂੰ ਦੁਸਹਿਰੇ ਦੇ ਮੌਕੇ ਵੀ ਮੋਹਨ ਭਾਗਵਤ ਨੇ ਕਿਹਾ ਸੀ ਕਿ ਉਪਰੋਕਤ ਰਾਸ਼ਟਰ ਵਿਚਾਰ ਹਿੰਦੂ ਰਾਸ਼ਟਰ ਦਾ ਵਿਚਾਰ ਹੈ, ਇਸੇ ਲਈ ਅਸੀਂ ਕਹਿੰਦੇ ਆ ਕਿ ਹਿੰਦੁਸਤਾਨ ਹਿੰਦੂ ਰਾਸ਼ਟਰ ਹੈ। ਜਨਵਰੀ 2022 ਦੀ ਵੀ ਘਟਨਾ ਸਾਹਮਣੇ ਆਈ ਹੈ ਕਿ ਪ੍ਰਯਾਗਰਾਜ ਵਿੱਚ ਹੋਈ ਧਰਮ ਸੰਸਦ ਵਿੱਚ ਕਾਸ਼ੀ ਸੁਮੇਰੂ ਪੀਠ ਦੇ ਸਵਾਮੀ ਨਰਿੰਦਰਾਨੰਦ ਸਰਸਵਤੀ ਨੇ ਸੱਦਾ ਦਿੱਤਾ ਕਿ ਲੋਕਾਂ ਨੂੰ ਦੇਸ਼ ਨੂੰ ਹਿੰਦੂ ਰਾਸ਼ਟਰ ਭਾਰਤ ਲਿਖਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹ ਵਿਚਾਰ ਕਈ ਧਰਮ ਸੰਸਥਾ ਤੇ ਹੋਰ ਮੱਦਾਂ ਤੋਂ ਵੀ ਪ੍ਰਚਾਰਿਆ ਗਿਆ ਆ। ਇਹ ਪ੍ਰਚਾਰ ਦੀ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਆ। ਇਸ ਤੋਂ ਇਲਾਵਾ ਇਹ ਪ੍ਰਚਾਰ ਵੀ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਕਿ ਪੁਰਾਤਨ ਭਾਰਤ ਜਿਵੇਂ ਕਿ ਆਰਐਸਐਸ ਤੇ ਉਸ ਨੂੰ ਚਿੱਤ ਵਧਾਇਆ ਅਤੇ ਉਸ ਸਮੇਂ ਪੈਦਾ ਹੋਇਆ ਗਿਆਨ ਸਰਵ ਸ੍ਰੇਸ਼ਟ ਹੈ। ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇਹ ਸਾਰੀ ਦੁਨੀਆ ਦਾ ਆਗੂ ਵਿਸ਼ਵ ਗੁਰੂ ਬਣਨ ਜਾ ਰਿਹਾ। ਇੱਦਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਆ ਉਹ ਇਸ ਤਰੀਕੇ ਦੇ ਜਿਹੜੇ ਹਿੰਦੂ ਰਾਸ਼ਟਰ ਦੀ ਕਲਪਨਾ ਕਰੀ ਬੈਠੇ ਆ ਉਹਨਾਂ ਦੀਆਂ ਸਾਹਮਣੇ ਆਉਂਦੀਆਂ ਆ। ਇਸ ਬਹਿਸ ਦੇ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਸੱਚਮੁੱਚ ਹਿੰਦੂ ਰਾਸ਼ਟਰ ਹਾਂ ਜਾਂ ਹਿੰਦੂ ਰਾਸ਼ਟਰ ਬਣ ਜਾਊਗਾ? ਕੀ ਅਜਿਹਾ ਕੁਝ ਅਮਲ ਦੇ ਵਿੱਚ ਆ ਸਕਦਾ ਹੈ? ਸਵਾਲ ਤਾਂ ਖੈਰ ਉੱਠਦੇ ਹੀ ਹੈ ਨਾ, ਇਹ ਹਰੇਕ ਦੇ ਮਨ ਦੇ ਵਿੱਚ, ਤੇ ਉਸ ਦੀ ਕਿੰਨੀ ਕੁ ਸੰਭਾਵਨਾ ਆ? ਤੇ ਜੇ ਹਿੰਦੂ ਰਾਸ਼ਟਰ ਨੂੰ ਦੇਸ਼ ਦੀ ਮੁੱਖ ਪਛਾਣ ਬਣਾਇਆ ਜਾਂਦਾ ਆ ਤਾਂ ਦੂਸਰੇ ਧਾਰਮਿਕ ਫਿਰਕੇ ਵੀ ਆਪਣੇ ਧਰਮ ਆਧਾਰਿਤ ਰਾਸ਼ਟਰਾਂ ਦੀ ਗੱਲ ਕਿਉਂ ਨਹੀਂ ਕਰਨਗੇ? ਜ਼ਾਹਿਰ ਹੈ ਕਿ ਅਜਿਹੇ ਬ੍ਰਿਤਾਂਤਾਂ ਕਾਰਨ ਲੋਕ ਫਿਰਕੂ ਆਧਾਰ 'ਤੇ ਵੰਡੇ ਜਾਣਗੇ, ਨਫ਼ਰਤ ਜਿਹੜੀ ਆ ਪਣਪੂਗੀ ਅਤੇ ਉਸ ਤੋਂ ਸਿਆਸੀ ਜਿਹੜਾ ਲਾਹਾ ਆ ਉਹ ਲਿਆ ਜਾਊਗਾ। ਤੇ ਪਰ ਇੱਥੇ ਹੁਣ ਇਹ ਸਵਾਲ ਇਹ ਖੜੇ ਹੁੰਦੇ ਆ ਕਿ ਧਰਮ ਆਧਾਰਿਤ ਸਿਆਸਤ ਦੇ ਤੌਰ ਦੇ ਉੱਤੇ
ਕਿਉਂ ਇਹ ਗੱਲ ਕੀਤੀ ਜਾ ਰਹੀ ਹੈ। ਹਿੰਦੂ ਰਾਸ਼ਟਰ ਦੇ ਬ੍ਰਿਤਾਂਤ ਨੂੰ ਪੱਕਿਆਂ ਕਰਨ ਦੇ ਲਈ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਪਾਰਟੀ ਕਿਹੋ ਜਿਹੇ ਢੰਗ ਤਰੀਕੇ ਅਪਣਾ ਰਹੀ ਹੈ। ਜ਼ਾਹਿਰ ਹੈ ਭਾਜਪਾ ਹੁਣ ਸ਼ਕਤੀਸ਼ਾਲੀ ਆ, ਜਿਸ ਤਰੀਕੇ ਦੀ ਉਹ ਸੱਤਾ ਦੇ ਵਿੱਚ ਭਾਜਪਾ ਲਗਾਤਾਰ ਹੁਣ ਇਸ ਦੇਸ਼ ਦੇ ਉੱਤੇ ਰਾਜ ਕਰਦੀ ਪਈ ਆ। ਜ਼ਾਹਿਰ ਹੈ ਕਾਂਗਰਸ ਕਦੇ ਵੱਡੀ ਸੱਤਾ ਦੇ ਵਿੱਚ ਧਿਰ ਹੁੰਦੀ ਸੀਗੀ, ਪਰ ਹੁਣ ਉਹਦਾ ਜਿਹੜਾ ਵਕਾਰ ਉਹ ਬਿਲਕੁਲ ਖਤਮ ਹੈ, ਅਤੇ ਇਸ ਕਰਕੇ ਹੁਣ ਜਿਸ ਦਾ ਰਾਜ ਚੱਲ ਰਿਹਾ ਤੇ ਉਹ ਇਸ ਟਾਈਮ ਸਭ ਤੋਂ ਵੱਡੀ ਧਿਰੀ ਆ ਦੇਸ਼ ਦੀ। ਅਤੇ ਇਹਨਾਂ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਇੱਕ ਵਿਚਾਰ ਕਰਨਾ ਜ਼ਰੂਰੀ ਹੈ ਕਿ ਅਸੀਂ ਕਿਹੋ ਜਿਹੇ ਰਾਜ ਪ੍ਰਬੰਧ ਦੇ ਨਿਜ਼ਾਮ ਦੇ ਵਿੱਚ ਰਹੀ ਜਾਂਦੇ ਹਾਂ, ਇਹ ਕਿਵੇਂ ਹੋਂਦ ਵਿੱਚ ਆਇਆ, ਇਸ ਦੀ ਧੁਰੀ ਕੀ ਹੈ। ਇਸ ਰਾਜ ਪ੍ਰਬੰਧ ਦੀ ਧੁਰੀ ਸੰਵਿਧਾਨ ਹੈ, ਜਿਸ ਦੀ ਪ੍ਰਸਤਾਵਨਾ ਅਨੁਸਾਰ ਅਸੀਂ ਪ੍ਰਭੂ ਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਜਮਹੂਰੀ ਗਣਤੰਤਰਾਂ। ਸਮਾਜਵਾਦੀ ਅਤੇ ਧਰਮ ਨਿਰਪੱਖ ਸ਼ਬਦ 1976 ਦੇ ਵਿੱਚ ਐਮਰਜੈਂਸੀ ਦੇ ਸਮਿਆਂ ਦੇ ਵਿੱਚ ਹੋਈ 42ਵੀਂ ਸੰਵਿਧਾਨਕ ਸੋਧ ਰਾਹੀਂ ਪ੍ਰਸਤਾਵਨਾ ਦੇ ਵਿੱਚ ਆਇਆ ਸੀਗਾ। 1994 ਦੇ ਵਿੱਚ ਸੁਪਰੀਮ ਕੋਰਟ ਨੇ SR ਬੋਮਾਈ ਕੇਸ ਵਿੱਚ ਫੈਸਲਾ ਦਿੱਤਾ ਸੀ ਕਿ ਧਰਮ ਨਿਰਪੱਖਤਾ ਸੰਵਿਧਾਨ ਦੀ ਬੁਨਿਆਦੀ ਬਣਤਰ ਢਾਂਚੇ ਦਾ ਹਿੱਸਾ ਆ। 1973 ਦੇ ਵਿੱਚ ਕੇਸ਼ਵਾਨੰਦ ਭਾਰਤੀ ਕੇਸ ਵਿੱਚ ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਦਿੱਤਾ ਸੀ ਕਿ ਸੰਸਦ ਸੰਵਿਧਾਨ ਵਿੱਚ ਸੋਧ ਤਾਂ ਕਰ ਸਕਦੀ ਹੈ, ਪਰ ਸੰਵਿਧਾਨ ਦੀ ਬੁਨਿਆਦੀ ਬਣਤਰ ਨੂੰ ਨਹੀਂ ਬਦਲ ਸਕਦੀ। ਇਸ ਤਰ੍ਹਾਂ ਸੰਵਿਧਾਨ ਅਨੁਸਾਰ ਸਾਡਾ ਦੇਸ਼ ਧਰਮ ਨਿਰਪੱਖ ਜਮਹੂਰੀਅਤ ਹੈ। ਇਸ ਲਈ RSS ਭਾਜਪਾ ਅਤੇ ਹਿੰਦੂ ਰਾਸ਼ਟਰ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਕਾਰਜਸ਼ੀਲ ਹੋਰ ਜਥੇਬੰਦੀਆਂ ਸਾਹਮਣੇ ਸਮੱਸਿਆ ਇਹ ਹੈ ਕਿ ਧਰਮ ਨਿਰਪੱਖ ਜਮਹੂਰੀਅਤ ਨੂੰ ਹਿੰਦੂ ਰਾਸ਼ਟਰ ਵਿੱਚ ਕਿਵੇਂ ਤਬਦੀਲ ਕੀਤਾ ਜਾਵੇ। ਸੰਵਿਧਾਨ ਨੇ ਸਾਨੂੰ 3 ਪ੍ਰਮੁੱਖ ਸੰਸਥਾਵਾਂ ਦਿੱਤੀਆਂ ਨੇ, ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ। ਇਹਨਾਂ ਵਿੱਚ ਅਧਿਕਾਰਾਂ ਦੀ ਵੰਡ ਜਿਹੜੀ ਹੈ ਉਹ ਵੀ ਕੀਤੀ ਗਈ ਹੈ, ਅਤੇ ਵਿਧਾਨ ਸਭਾ ਵਿੱਚ ਵਿਧਾਨ ਸੰਮਤੀਆਂ, ਲੋਕ ਸਭਾ ਅਤੇ ਰਾਜ ਸਭਾ ਵਿੱਚ ਲੋਕਾਂ ਦੇ ਸਿੱਧੇ ਤੇ ਅਸਿੱਧੇ ਰੂਪ ਦੇ ਵਿੱਚ ਚੁਣੇ ਗਏ ਨੁਮਾਇੰਦੇ ਆਉਂਦੇ ਆ, ਅਤੇ ਕਾਰਜਪਾਲਿਕਾ ਤੋਂ ਮਤਲਬ ਇਹਨਾਂ ਨੁਮਾਇੰਦਿਆਂ ਰਾਹੀਂ ਬਣੀਆਂ ਸਰਕਾਰਾਂ ਨੇ। ਕਾਰਜਪਾਲਿਕਾ ਸਰਕਾਰਾਂ ਵਿਧਾਨਪਾਲਿਕਾ ਪ੍ਰਤੀ ਪੂਰੀ ਤਰ੍ਹਾਂ ਜਵਾਬਦੇਹ ਆ। ਸੰਵਿਧਾਨ ਨੇ ਨਿਆਂਪਾਲਿਕਾ ਅਤੇ ਖਾਸ ਕਰਕੇ ਜੋ ਸੁਪਰੀਮ ਕੋਰਟ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ ਦੇਸ਼ ਦੇ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ, ਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਵਿਧਾਨ ਸਭਾ ਕੋਈ ਅਜਿਹਾ ਕਾਨੂੰਨ ਨਾ ਬਣਾਵੇ ਅਤੇ ਕਾਰਜਪਾਲਿਕਾ ਅਜਿਹੇ ਫੈਸਲੇ ਨਾ ਕਰੇ ਜੋ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਦੇ ਅਨੁਸਾਰ ਨਾ ਹੋਣ। ਭਾਜਪਾ ਨੇ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਵਿਚਕਾਰ ਅਜੀਮ ਸਫਲਤਾ ਹਾਸਲ ਕੀਤੀ ਹੈ। ਲੋਕ ਸਭਾ ਵਿੱਚ ਉਸ ਦੇ 303 ਮੈਂਬਰ ਆ। ਉਹ ਦੇਸ਼ ਦੇ ਵੱਡੀ ਗਿਣਤੀ ਸੂਬਿਆਂ ਵਿੱਚ ਸੱਤਾਧਾਰੀ ਜਾਂ ਸੱਤਾ ਦੇ ਵਿੱਚ ਭਾਈਵਾਲ ਹੈ। ਉਸ ਦੇ ਆਗੂ ਨਿਤ ਹਿੰਦੂ ਰਾਸ਼ਟਰ ਦਾ ਸਿੱਧੇ ਅਸਿੱਧੇ ਰੂਪ ਵਿੱਚ ਪ੍ਰਚਾਰ ਕਰਦੇ ਆ। ਤੇ ਇੱਕ ਗੱਲ ਇੱਥੇ ਮੈਂ ਜ਼ਰੂਰ ਕਹੂੰਗਾ ਕਿ ਜਿਸ ਤਰੀਕੇ ਉਹ ਪ੍ਰਚਾਰ ਕਰਦੇ ਆ, ਜਿਵੇਂ ਨਾ ਚਿਰਾਂ ਤੋਂ ਮਤਲਬ ਕੋਈ ਇੱਕ ਬਹੁਤ ਵੱਡੀ ਪ੍ਰਾਪਤੀ ਇਹੋ ਜਿਹੇ ਲੋਕਾਂ ਨੂੰ ਹੋ ਗਈ ਹੋਵੇ, ਅਤੇ ਹੁਣ ਉਹਨਾਂ ਨੂੰ ਉਹੋ ਹੀ ਗੱਲ ਕਹਾਵਤ ਆਉਂਦੀ ਆ ਕਿ ਅਬ ਸਈਆਂ ਭਏ ਕੋਤਵਾਲ ਡਰ ਕਾਹੇ ਕਾ। ਉਹ ਤੁੱਕ ਇਹਨਾਂ 'ਤੇ ਟੁੱਕਦੀ ਆ, ਉਹਨਾਂ ਨੂੰ ਇਹੀ ਆ ਵੀ ਹੁਣ ਕੋਈ ਚੱਕਰ ਨਹੀਂ, ਸਾਡਾ ਆਪਦਾ ਹੀ ਇਹ ਦੇਸ਼ ਹੈ, ਆਪਦਾ ਹੀ ਬੰਦਾ ਆ, ਆਪਦੇ ਹੀ ਭਾਜਪਾ RSS ਦੇ ਵਿੱਚੋਂ ਨਿਕਲਿਆ ਬੰਦਾ PM ਬਣਿਆ ਹੋਇਆ, ਇਸ ਕਰਕੇ ਸਾਨੂੰ ਹੁਣ ਕੋਈ ਡਰ ਨਹੀਂ, ਜੋ ਮਰਜ਼ੀ ਬੋਲੀ ਜਾਓ। ਯਾਨੀ ਕਈ ਤਾਂ ਇੰਨਾ ਕੁ ਬੱਕੜਵਾਹ ਕਰੀ ਜਾਂਦੇ ਆ ਇਸ ਮਾਮਲੇ ਦੇ ਉੱਤੇ ਕਿ ਉਹ ਦਿਨ ਰਾਤ ਇਸੇ ਸੁਪਨੇ ਦੇ ਵਿੱਚ ਜਿਉਂਦੇ ਆ, ਜਿਵੇਂ ਕਿ ਮਿਸਟਰ ਭਾਗਵਤ ਜਿਉਂ ਜਾਂਦੇ ਆ, ਔਰ ਵਾਰ-ਵਾਰ ਇਹੀ ਗੱਲ ਦਾ ਮੁੱਦਾ ਮਹੀਨਾ ਕੁ ਪੈਂਦਾ ਆ ਤੇ ਵਿਰੋਧੀ ਧਿਰਾਂ ਕਹਿੰਦੀਆਂ ਕਿ ਭਾਗਵਤ ਹੋਰਾਂ ਨੂੰ ਖੁਰਕ ਹੋਣ ਲੱਗ ਪੈਂਦੀ ਆ ਕਿ ਮਹੀਨੇ ਕੁ ਬਾਅਦ ਹੀ ਕਹਿ ਦਿੰਦੇ ਆ ਕਿ ਦੇਸ਼ ਹਿੰਦੂ ਰਾਸ਼ਟਰ ਆ, ਇੱਥੇ ਰਹਿਣ ਵਾਲੇ ਸਾਰੇ ਹਿੰਦੂ ਆ। ਕਿਵੇਂ ਕੋਈ ਪ੍ਰਮਾਣ ਕਰ ਲਵੇ, ਲੋਕਤੰਤਰ ਆ ਦੁਨੀਆ ਦਾ ਵੱਡਾ, ਕਿਵੇਂ ਕੋਈ ਕਹਿ ਦੇਵੇ ਕਿ ਅਸੀਂ ਸਾਰੇ ਹਿੰਦੂ ਆ। ਇਸ ਦੇਸ਼ ਦੇ ਵਿੱਚ ਘੱਟੋ ਘੱਟ ਕਿੰਨੀਆਂ ਕੌਮਾਂ ਜਿਹੜੀਆਂ ਆ ਉਹ ਵਸਦੀਆਂ, ਇਸ ਕਰਕੇ ਇਹ ਵੱਡਾ ਲੋਕਤੰਤਰ ਆ। ਹੁਣ ਜੋ ਸਥਿਤੀ ਹੈ ਉਹ ਇਹ ਹੈ ਕਿ ਜਿਵੇਂ ਉਹ ਵਾਰ-ਵਾਰ ਪ੍ਰਚਾਰ ਕਰਦੇ ਆ, ਇਸ ਤਰ੍ਹਾਂ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਵਿੱਚ ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ਦਾ ਗੁਣਗਾਨ ਕਰਨਾ ਉਹਨਾਂ ਦੇ ਲਈ ਕੋਈ ਵੱਡੀ ਸਮੱਸਿਆ ਨਹੀਂ ਹੈ। ਹੁਣ ਬਚਦੀ ਹੈ ਜੀ ਨਿਆਂਪਾਲਿਕਾ। ਸੰਵਿਧਾਨ ਅਨੁਸਾਰ ਨਿਆਂਪਾਲਿਕਾ ਧਰਮ ਨਿਰਪੱਖਤਾ ਦੇ ਸਿਧਾਂਤ ਤੋਂ ਪਹਿਲਾਂ ਦੇਣ ਲਈ ਪ੍ਰਤੀਬੱਧ ਹੈ। ਹਿੰਦੂ ਰਾਸ਼ਟਰ ਦਾ ਸਿਧਾਂਤ ਦੇਣ ਵਾਲਿਆਂ ਦੀ ਸਮੱਸਿਆ ਇਹ ਹੈ
ਕਿ ਨਿਆਂਪਾਲਿਕਾ ਵਿੱਚ ਧਰਮ ਨਿਰਪੱਖਤਾ ਦੇ ਸਿਧਾਂਤ ਨੂੰ ਕਮਜ਼ੋਰ ਕਰਕੇ ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਿਵੇਂ ਕੀਤਾ ਜਾਵੇ। ਭਾਜਪਾ ਜਿਹੀ ਸ਼ਕਤੀਸ਼ਾਲੀ ਸਿਆਸੀ ਜਮਾਤ ਇਹ ਕਾਰਜ ਕਰ ਵੀ ਰਹੀ ਹੈ। ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਵਿਚਕਾਰ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਜੱਜਾਂ ਦੀਆਂ ਨਿਯੁਕਤੀਆਂ ਦੇ ਮੁੱਦੇ ਤੇ ਹੋ ਰਹੇ ਟਕਰਾਅ ਨੂੰ ਇਸੇ ਸੰਦਰਭ ਦੇ ਵਿੱਚ ਦੇਖਿਆ ਜਾ ਸਕਦਾ ਹੈ। ਭਾਜਪਾ ਵਿੱਚ ਕਾਰਜ ਵਿੱਚ ਭਾਜਪਾ ਜਿਹੜੀ ਆ ਉਹ ਇਸ ਕਾਰਜ ਵਿੱਚ ਵੀ ਸਫਲ ਹੋ ਰਹੀ ਹੈ ਤੇ ਕਿਵੇਂ ਕਿ ਇਸ ਦਾ ਉੱਤਰ ਉੱਘੇ ਕਾਨੂੰਨਦਾਨ ਡਾਕਟਰ ਮੋਹਨ ਗੋਪਾਲ ਨੇ ਆਪਣੇ ਭਾਸ਼ਣ ਜੱਜਾਂ ਦੀ ਨਿਯੁਕਤੀ ਵਿੱਚ ਸਰਕਾਰੀ ਦਖਲ ਦੇ ਬਾਰੇ ਵਿੱਚ ਦਿੱਤਾ ਹੈ। ਇਹ ਭਾਸ਼ਣ ਨਿਆਂਪਾਲਿਕਾ ਦੀ ਜਵਾਬਦੇਹੀ ਅਤੇ ਸੁਧਾਰਾਂ ਦੇ ਲਈ ਮੁਹਿੰਮ ਨਾਮ ਦੀ ਸੰਸਥਾ ਦੁਆਰਾ ਕੀਤੇ ਗਏ ਸੈਮੀਨਾਰ ਮੌਕੇ ਦਿੱਤਾ ਗਿਆ। ਡਾਕਟਰ ਮੋਹਨ ਗੋਪਾਲ ਨੇ ਦੱਸਿਆ ਆ ਕਿ ਮਨਮੋਹਨ ਸਿੰਘ ਦੀ ਸਰਕਾਰ ਅਤੇ ਨਰਿੰਦਰ ਮੋਦੀ ਦੀ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਵਿੱਚ 111 ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ। 56 ਮਨਮੋਹਨ ਸਿੰਘ ਸਰਕਾਰ, 55 ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ। ਤੇ ਉਸਨੇ ਆਪਣੇ ਭਾਸ਼ਣ ਵਿੱਚ ਇਹ ਪ੍ਰਮੁੱਖ ਸਵਾਲ ਉਠਾਇਆ ਹੈ ਕਿ ਕਿੰਨੇ ਜੱਜ ਸੰਵਿਧਾਨ ਤੋਂ ਬਾਹਰ ਦੇ ਸਰੋਤਾਂ ਪ੍ਰਤੀ ਪ੍ਰਤੀਬੱਧ ਨੇ ਅਤੇ ਸਨਾਤਨ ਧਰਮ ਜਾਂ ਵੇਦਾਂ ਜਾਂ ਪੁਰਾਤਨ ਭਾਰਤੀ ਕਾਨੂੰਨ ਅਸੂਲਾਂ ਨੂੰ ਆਪਣੇ ਫੈਸਲਿਆਂ ਦਾ ਆਧਾਰ ਬਣਾਉਂਦੇ ਨੇ। ਡਾਕਟਰ ਮੋਹਨ ਗੋਪਾਲ ਅਨੁਸਾਰ ਯੂਪੀਏ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ ਜੱਜਾਂ ਵਿੱਚ ਅਜਿਹਾ ਕੋਈ ਵੀ ਨਹੀਂ ਸੀਗਾ। ਜਦੋਂ ਕਾਂਗਰਸ ਦੀ ਸਰਕਾਰ ਸੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਣਾ ਦੇ ਵੇਲੇ, ਉਦੋਂ ਕੋਈ ਅਜਿਹਾ ਨਹੀਂ ਸੀਗਾ। ਉਹਨਾਂ ਦੇ ਕੰਮ, ਲਿਖਤਾਂ, ਫੈਸਲਿਆਂ ਆਦਿ ਵਿੱਚ ਕੋਈ ਅਜਿਹਾ ਸਬੂਤ ਨਹੀਂ ਮਿਲਦਾ। ਡਾਕਟਰ ਗੋਪਾਲ ਨੇ ਕਿਹਾ ਕਿ ਐਨਡੀਏ ਦੇ ਸੱਤਾ ਵਿੱਚ ਆਉਣ ਤੋਂ ਬਾਅਦ 9 ਜੱਜ ਅਜਿਹੇ ਆ ਜਿਨ੍ਹਾਂ ਵਿੱਚੋਂ 5 ਅਜੇ ਵੀ ਬੈਚ ਤੇ ਹਨ, ਭਾਵ ਜੱਜ ਆ ਕਿ ਉਹ ਕਹਿੰਦੇ ਕਿ ਮੈਂ ਹੁਣ ਉਹਨਾਂ ਦਾ ਨਾਂ ਨਹੀਂ ਲਵਾਂਗਾ, ਪਰ ਉਹਨਾਂ ਨੇ ਆਪਣੇ ਫੈਸਲਿਆਂ ਵਿੱਚ ਬਹੁਤ ਸਪਸ਼ਟਤਾ ਨਾਲ ਇਹ ਸੰਕੇਤ ਦਿੱਤੇ ਆ। ਉਹ ਸੰਵਿਧਾਨ ਤੋਂ ਬਾਹਰ ਉਸ ਨੇ ਜੋ ਚੇਤਾਵਨੀ ਦਿੱਤੀ ਹੈ ਕਿ ਇਹਨਾਂ ਰਵਾਇਤ ਪਸੰਦ ਧਰਮਬੱਧ ਧਰਮਤੰਤਰੀ ਜੱਜਾਂ ਜਿਹੜੇ ਕਾਨੂੰਨ ਨੂੰ ਧਰਮ ਤੋਂ ਤਲਾਸ਼ ਕਰਦੇ ਨੇ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕਿੱਥੋਂ ਵੱਧ ਰਹੀ ਹੈ? ਧਰਮ ਤੋਂ ਅਸੀਂ ਹਵਾਲੇ ਲੈ ਕੇ ਉਹ ਗੱਲ ਕਰ ਰਹੇ ਆ। ਤਾਂ ਉਹਨਾਂ ਨੇ ਜਿਹੜੇ ਡਾਕਟਰ ਮੋਹਨ ਗੋਪਾਲ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲੇ ਪੜਾਅ ਵਿੱਚ ਜਿਹੇ ਜੱਜ ਨਿਯੁਕਤ ਕੀਤੇ ਜਾਣਗੇ ਜਿਹੜੇ ਸੰਵਿਧਾਨ ਤੋਂ ਬਾਹਰਲੇ ਧਾਰਮਿਕ ਸਰੋਤਾਂ ਤੋਂ ਸਿਰਫ ਪ੍ਰੇਰਨਾ ਲੈਂਦੇ ਨੇ। ਦੂਸਰਾ ਪੜਾਅ ਆ ਜਿਹੜਾ ਹੁਣ ਸ਼ੁਰੂ ਹੋਊਗਾ, ਵਿੱਚ ਅਜਿਹੇ ਜੱਜ ਨਿਯੁਕਤ ਕੀਤੇ ਜਾਣਗੇ ਜਿਹੜੇ ਧਾਰਮਿਕ ਸਰੋਤਾਂ ਪ੍ਰਤੀ ਵਚਨਬੱਧ ਹੋਣਗੇ। ਡਾਕਟਰ ਗੋਪਾਲ ਦੇ ਭਾਸ਼ਣ ਦਾ ਸਾਰ ਇਹ ਵੀ ਸੀ ਕਿ ਜਿਹੇ ਜੱਜ ਮੌਜੂਦਾ ਸੰਵਿਧਾਨ ਦੀ ਜਿਹੜੀ ਆ ਉਹ ਪੁਨਰ ਵਿਆਖਿਆ ਕਰਕੇ ਦੇਸ਼ ਨੂੰ ਇੱਕ ਹਿੰਦੂ ਰਾਸ਼ਟਰ ਵਿੱਚ ਬਦਲ ਦੇਣਗੇ। ਉਸਨੇ ਇਹ ਨਿਚੋੜ ਕੱਢਿਆ ਕਿ ਇਸ ਲਈ ਇਹ ਸਭ ਕੁਝ ਕਰਨ ਪਿੱਛੇ ਇਹ ਵਿਚਾਰ ਕੰਮ ਕਰ ਰਿਹਾ ਹੈ ਕਿ ਨਿਆਂਪਾਲਿਕਾ ਨੂੰ ਉਧਾੜ ਕੇ ਹਿੰਦੂ ਰਾਸ਼ਟਰ ਕਾਇਮ ਕੀਤਾ ਜਾਵੇ। ਡਾਕਟਰ ਗੋਪਾਲ ਨੇ ਕਿਹਾ ਆ ਕਿ ਇਸੇ ਕਾਰਨ ਉਹ ਨਹੀਂ ਚਾਹੁੰਦੇ ਕਿ ਜੱਜਾਂ ਦੀ ਨਿਯੁਕਤੀ ਕਰਨ ਵਿੱਚ ਕਿਸੇ ਮੰਤਰੀ ਦਾ ਦਖਲ ਹੋਵੇ ਜਾਂ ਸਰਕਾਰ ਦਾ ਦਖਲ ਹੋਵੇ। ਉਸਨੇ ਜ਼ੋਰ ਦਿੱਤਾ ਕਿ ਜੱਜਾਂ ਨੂੰ ਸਿਰਫ ਜੋ ਸੰਵਿਧਾਨ ਆ ਉਸ ਅਨੁਸਾਰ ਕੰਮ ਕਰਨ ਦੇਣਾ ਚਾਹੀਦਾ ਆ ਤੇ ਖਾਸ ਤੌਰ ਦੇ ਉੱਤੇ ਹੋਰ ਕਿਸੇ ਗਿਆਨ ਸਰੋਤ ਅਨੁਸਾਰ ਨਹੀਂ। ਸਪਸ਼ਟ ਹੈ ਕਿ ਨਿਆਂਪਾਲਿਕਾ ਧਰਮ ਆਧਾਰਿਤ ਸਰੋਤਾਂ ਅਨੁਸਾਰ ਕੰਮ ਕਰਨ ਲੱਗ ਗਈ ਤਾਂ ਧਰਮ ਨਿਰਪੱਖਤਾ ਦੇ ਸਿਧਾਂਤ ਨੂੰ ਹੌਲੀ-ਹੌਲੀ ਦਫਨ ਕਰ ਦਿੱਤਾ ਜਾਊਗਾ। ਉਪਰੋਕਤ ਭਾਸ਼ਣ ਦੇਣ ਵਾਲੇ ਡਾਕਟਰ ਮੋਹਨ ਗੋਪਾਲ ਹੈ ਕੌਣ, ਜਿਨ੍ਹਾਂ ਨੇ ਏਡੀ ਇਹ ਗੱਲ ਕਰ ਦਿੱਤੀ ਆ। ਵੈਸੇ ਵੀ ਜਦੋਂ ਕਹਿੰਦੇ ਨਾ ਕਿ ਦਰਿਆ ਵਿੱਚ ਰਹਿ ਕੇ ਮਗਰਮੱਛ ਨਾਲ ਵੈਰ ਨਹੀਂ ਕਮਾਇਆ ਜਾ ਸਕਦਾ ਗਾ, ਇਹ ਢੁਕਦੀ ਆ, ਪਰ ਉਹ ਫਿਰ ਵੀ ਬੇਬਾਕ ਹੋ ਕੇ ਉਹ ਗੱਲ ਬੋਲ ਗਏ ਆ। ਤਾਂ ਉਹ ਨੈਸ਼ਨਲ ਲਾ ਸਕੂਲ ਬੰਗਲੌਰ ਦੇ ਵਾਈਸ ਚਾਂਸਲਰ ਰਹਿ ਚੁੱਕੇ ਨੇ। ਉਹ ਨੈਸ਼ਨਲ ਜੁਡੀਸ਼ੀਅਲ ਅਕੈਡਮੀ ਭੋਪਾਲ ਦੇ ਡਾਇਰੈਕਟਰ ਵੀ ਰਹੇ ਨੇ ਅਤੇ ਵਿਸ਼ਵ ਬੈਂਕ ਸਮੇਤ ਸੇਬੀ ਤੇ ਹੋਰ ਸੰਸਥਾਵਾਂ ਨਾਲ ਵੀ ਸੰਬੰਧਿਤ ਰਹੇ ਨੇ। 2006 ਤੋਂ 2011 ਤੱਕ ਉਹ ਸੁਪਰੀਮ ਕੋਰਟ ਦੀ ਨੈਸ਼ਨਲ ਜੁਡੀਸ਼ੀਅਲ ਅਕੈਡਮੀ ਦੇ ਡਾਇਰੈਕਟਰ ਰਹੇ ਨੇ ਅਤੇ 2012 ਤੋਂ 19 ਤੱਕ ਸੁਪਰੀਮ ਕੋਰਟ ਦੀ ਨੈਸ਼ਨਲ ਕੋਰਟ ਮੈਨੇਜਮੈਂਟ ਸਿਸਟਮ ਕਮੇਟੀ ਦੇ ਮੁਖੀ ਰਹੇ ਨੇ। ਤੇ ਉਹ ਕੀ ਉਸ ਦੀ ਦਿੱਤੀ ਚੇਤਾਵਨੀ ਸਹੀ ਹੈ ਜਾਂ ਗਲਤ, ਇਹ ਸੋਚਣਾ ਪਊਗਾ। ਪ੍ਰਮੁੱਖ ਸਵਾਲ ਇਹ ਹੈ ਕਿ ਜੇ ਇਹ ਨਾਮਵਰ ਕਾਨੂੰਨਦਾਨ ਦੇ ਭਾਸ਼ਣ ਬਾਰੇ ਕੋਈ ਬਹਿਸ ਕਿਉਂ ਨਹੀਂ ਹੋ ਰਹੀ, ਜਿਹੜਾ ਐਡਾ ਨੁਕਤਾ ਚੱਕ ਕੇ ਬੈਠਾ ਆ ਤੇ ਟੈਲੀਵਿਜ਼ਨ ਚੈਨਲਾਂ, ਅਖਬਾਰ, ਸੋਸ਼ਲ ਮੀਡੀਆ ਇਸ ਬਾਰੇ ਚੁੱਪ ਕਰਕੇ ਬੈਠਾ। ਅਸੀਂ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਤੱਕ, ਟੈਲੀਵਿਜ਼ਨ ਤੱਕ, ਜਿਹੜੇ ਆ ਅਖਬਾਰ ਤੱਕ, ਉਹ ਇਸ ਮੁੱਦੇ ਨੂੰ ਨਹੀਂ ਚੱਕ ਰਹੇ ਕਿ ਉਹ ਐਡੇ ਵੱਡੇ ਬੰਦੇ ਨੇ, ਜਿਹੜਾ ਇੰਨੇ ਅਹੁਦਿਆਂ 'ਤੇ ਰਹਿ ਚੁੱਕਾ ਆ, ਉਹ ਜੱਜਾਂ ਦੇ ਬਾਰੇ
ਇਹ ਦੱਸ ਕੇ ਗਿਆ ਆ ਕਿ ਉਹ ਬਜਾਏ ਸੰਵਿਧਾਨ ਤੋਂ ਗਵਾਹੀ ਲੈਣ ਉਹ ਧਰਮ ਦੀਆਂ ਪਰਤਾਂ ਫਰੋਲ ਕੇ ਉਹਦੇ ਅਨੁਸਾਰ ਚੱਲਣਾ ਚਾਹੁੰਦੇ ਆ ਔਰ ਹਿੰਦੂ ਰਾਸ਼ਟਰ ਦੀ ਜਿਹੜੀ ਗੱਲ ਆ ਉਹ ਕਰਨਾ ਚਾਹੁੰਦੇ ਆ। ਤਾਂ ਇੱਥੇ ਸੱਜੇ ਪੱਖੀ ਅਤੇ ਅੰਤਰਰਾਸ਼ਟਰੀਵਾਦੀ ਜਿਹੜੇ ਨੇ ਉਸ 'ਤੇ ਹਮਲਾ ਕਿਉਂ ਨਹੀਂ ਕਰ ਰਹੇ? ਸ਼ਾਇਦ ਇਸ ਕਰਕੇ ਕਿ ਉਹ ਸਟੀਕ ਪ੍ਰਸ਼ਨਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ। ਉਹ ਇਹ ਚਾਹੁੰਦੇ ਨੇ ਕਿ ਇਸ ਭਾਸ਼ਣ ਨੂੰ ਹੁਣ ਗੌਲਿਆਂ ਕਰ ਦਿੱਤਾ ਜਾਵੇ ਅਤੇ ਆਪਣਾ ਕਾਰਜ ਜਾਰੀ ਰੱਖਿਆ ਜਾਵੇ। ਖੱਬੇ ਪੱਖੀ ਅਤੇ ਉਦਾਰਵਾਦੀ ਇਸ ਭਾਸ਼ਣ 'ਤੇ ਚਰਚਾ ਕਿਉਂ ਨਹੀਂ ਕਰਦੇ? ਇਹ ਵੀ ਹੈਰਾਨੀ ਦੀ ਗੱਲ ਆ। ਸ਼ਾਇਦ ਇਸ ਲਈ ਕਿ ਧਰਮ ਬਾਰੇ ਚਰਚਾ ਕਰਨ ਨਾਲ ਵੋਟਾਂ ਦਾ ਨੁਕਸਾਨ ਹੁੰਦਾ ਹੈ। ਸੰਵਿਧਾਨ ਦੀ ਪੁਨਰ ਵਿਆਖਿਆ ਰਾਹੀਂ ਹਿੰਦੂ ਰਾਸ਼ਟਰ ਦੇ ਸਿਧਾਂਤ ਨੂੰ ਮੌਜੂਦਾ ਰਾਜ ਪ੍ਰਬੰਧ ਵਿੱਚ ਤਬਦੀਲੀ ਲਿਆਏ ਬਗੈਰ ਸਥਾਪਿਤ ਕਰਨ ਦੇ ਜਿਸ ਵਰਤਾਰੇ 'ਤੇ ਡਾਕਟਰ ਮੋਹਨ ਗੋਪਾਲ ਨੇ ਉਂਗਲ ਧਰੀ ਹੈ ਉਹ ਬਹੁਤ ਗੰਭੀਰ ਹੈ। ਜਮਹੂਰੀ ਤਾਕਤਾਂ ਨੂੰ ਕਈ ਮੁਹਾਜ਼ਾਂ ਦੇ ਉੱਤੇ ਲੜਨਾ ਪੈਣਾ ਹੈ ਅਤੇ ਇਹ ਮੁਹਾਜ਼ 'ਤੇ ਹੋਣ ਵਾਲੀ ਲੜਾਈ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਇਸ ਵਾਸਤੇ ਡਾਕਟਰ ਮੋਹਨ ਗੋਪਾਲ ਜਿਹੀਆਂ ਹੋਰ ਮਜ਼ਬੂਤ ਅਤੇ ਨਿਰਭਉ ਜਿਹੜੀਆਂ ਆਵਾਜ਼ਾਂ ਨੇ ਉਹਨਾਂ ਨੂੰ ਇਕੱਠਿਆ ਕਰਨ ਦੀ ਜ਼ਰੂਰਤ ਹੈ। ਇਹ ਕੰਮ ਜਮਹੂਰੀ ਤਾਕਤਾਂ ਦੇ ਵਿਆਪਕ ਏਕੇ ਬਿਨਾਂ ਸੰਭਵ ਨਹੀਂ ਹੋ ਸਕਦਾ। ਜਿੰਨਾ ਚਿਰ ਇੱਦਾਂ ਦੇ ਲੋਕ ਡਾਕਟਰ ਵਰਗੇ ਨਹੀਂ ਸਾਹਮਣੇ ਆਉਂਦੇਗੇ। ਡਾਕਟਰ ਮੋਹਨ ਗੋਪਾਲ ਇੱਕ ਵੱਡਾ ਨਾਮ ਹੈ ਦੇਸ਼ ਦਾ, ਤਾਂ ਜੇ ਇੱਦਾਂ ਦੇ ਲੋਕ ਰਲ ਜਾਣ ਤਾਂ ਸੱਚਮੁੱਚ ਹੀ ਇਹ ਜਿਹੜੀਆਂ ਤਾਕਤਾਂ ਹਿੰਦੂ ਰਾਸ਼ਟਰ ਐਲਾਨ ਕਰਨ ਦੇ ਮਾਮਲੇ ਦੇ ਵਿੱਚ ਆ ਜਾਂ ਫਿਰ ਇੱਦਾਂ ਦੇ ਲੋਕ ਮੁੱਦੇ ਜਿਹੜੇ ਆ ਚੱਕਣੇ ਸ਼ੁਰੂ ਕਰ ਦੇਣ ਤਾਂ ਹੱਲ ਹੋ ਸਕਦਾ ਆ। ਨਹੀਂ ਤਾਂ ਲੋਕਤੰਤਰੀ ਮੁਲਕ ਦੇ ਮੂੰਹ ਦੇ ਉੱਤੇ ਜਿਸ ਤਰੀਕੇ ਦੀਆਂ ਇਹ ਹਰਕਤਾਂ ਸ਼ੁਰੂ ਹੋ ਚੁੱਕੀਆਂ ਆ ਉਦੋਂ ਸੋਚਣਾ ਪੈ ਰਿਹਾ ਕਿ ਇਸ ਵਾਕਿਆ ਹੀ ਦੁਨੀਆ ਦਾ ਵੱਡਾ ਲੋਕਤੰਤਰ ਹੈ। ਤਾਂ ਜ਼ਾਹਿਰ ਹੈ ਕਿ ਜੇ ਜਾਗਦੀ ਜ਼ਮੀਰ ਵਾਲੇ ਲੋਕ ਸਾਹਮਣੇ ਆ ਜਾਣ ਤਾਂ ਫਿਰ ਵਾਕਿਆ ਹੀ ਕੋਈ ਗੱਲ ਢਕੀ ਰੱਜੀ ਨਹੀਂ ਰਹਿੰਦੀ, ਲੋਕਾਂ ਦੇ ਸਾਹਮਣੇ ਜ਼ਰੂਰ ਆਉਂਦੀ ਆ ਔਰ ਫਿਰ ਲੋਕ ਹੀ ਫੈਸਲਾ ਕਰਨ ਕਿ ਆਖਰ ਇਹ ਮੁਲਕ ਜਿਹੜਾ ਆ ਉਹ ਲੋਕਤੰਤਰ ਹੈ ਦੁਨੀਆ ਦਾ ਵੱਡਾ ਕਿ ਇਹ ਹਿੰਦੂ ਰਾਸ਼ਟਰ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1 TV।